ਸਾਡੇ ਘਰ ਆਉਂਦੀਆਂ। ਹਾਂ कौन कौन है पछाण दे वेखो रोटी खा लो फिर देख लो एक पिंड साडी दादी सी हाँ ਉਹਦੀ ਮੈਂ ਕੀਤੀ। अच्छा ਉਹ ਮੇਰੇ ਕੋਲੇ ਮੇਰੇ ਕੱਲੀ ਕਰਕੇ ਫਿਰ ਪਿਤਾ ਜੀ ਆ ਗਏ ਵੀ ਮਾਂ ਇੱਥੇ ਆਪਣੀ ਮਾਂ ਦੇ ਕੋਲ ਗਿਆ ਬਸ। अच्छा 6-7 ਸਾਲ ਮੇਰੇ ਕੋਲ। पिता जी दी दादी अच्छा की नाम सी ओदा ਹੈ ਨਾਂ याद है कि नहीं ਨਾਂ चेते ओदा ਭਾਗੋ भागो अच्छा ਭਾਗੋ ਭਗਵਾਨਪੁਰ ਲਿਖ ਲੈ। हाँ कित्थे सी सखीरे ਸਖੀਰੇ ਤੇ ਬਾਪੂ ਹਣੀ ਜੌੜੇ ਨੇ। आहो जोड़े है ਤੇ ਉਹਨਾਂ ਦੀ ਜਦੋਂ ਇਹ ਆਏ ਮਹੀਨੇ ਦੀ ਇਹਨਾਂ ਦੀ ਵੀ ਛੁੱਟੀ ਮੁੱਕ ਗਈ हाँ जी ਤੇ ਸਾਰਾ ਟੱਬਰ ਆ ਕੇ ਤੇ ਬੈਠੇ हाँ ਚਾਚੇ ਹੁਣੇ हाँ ਨੇ जी ਮੇਰੇ ਅੰਦਰ ਹੀ। हाँ ਮਾਂ ਗੱਲਾਂ ਕਰਦੀ ਕਰਦੀ ਮੁੜ ਕੇ ਮੈਨੂੰ ਆਂਦੀ ਆ ਮਾਸੀ ਹਾਂ। ਮਹਿੰਦਰ ਦੀ ਮਾਂ हाँ ਮੈਂ ਕਹਿੰਦਾ ਮਾਸੀ ਹੁਣ ਤੂੰ ਮੈਨੂੰ ਆਂਦੀ ਜਾ ਤੂੰ ਲੰਮੀ ਪੈ ਜਾ। ਮੈਂ ਆ ਕੇ ਲੰਮੀ ਨਹੀਂ ਪਈ ਤੀ ਜਿਹੜੇ ਗਏ ਉੱਠ ਕੇ ਕੋਈ ਪਿਸ਼ਾਬ ਕਰਦਾ ਹੈ ਕੋਈ ਬਾਂਹ ਅਜੇ ਪੂਰਾ ਨਹੀਂ ਲੰਘਿਆ हाँ जी ਤੇ ਮਾਂ ਸਾਡੀ ਐ ਹੋ ਗਈ। अच्छा हाँ ਵੱਜੀ ਗਈ। किन्नी उम्र सी ओदी याद है कुछ 100 ਦੀ ਹੋ ਗਈ 100 ਦੇ ਕੋਲ ਸੀ ਇਹਨਾਂ ਮੌਸੀਆਂ ਦੀ ਹੈ ਨਹੀਂ ਭੱਜੀ ਨਹੀਂ ਦਲੀਪ ਕਰੇ। हाँ ਮੈਂ ਇਸ ਤਰ੍ਹਾਂ ਵੀ 2 ਕਮਰੇ ਤੇ ਨਾਲ ਮੰਜੇ ਇਧਰ ਮਾਂ ਦਾ ਤੇ ਇਧਰ ਮੇਰਾ। ਮੈਂ ਉੱਠ ਕੇ ਜਾਂ ਫਿਰ ਉਹਦਾ ਲੱਕ ਕੋਕ ਸੀ ਕੋਕ ਫਿਰ ਉਹ ਇਸ ਤਰ੍ਹਾਂ ਹੀ ਹੋ ਗਿਆ। हाँ ਬੜੇ ਜ਼ੋਰ ਨਾਲ ਦੋਵਾਂ ਜੰਗਾਂ ਸਿੱਧਾ ਕੀਤਾ ਕੁੱਬ ਪਹਿਲਾਂ ਹੀ ਸੀ ਕਿ ਮਰਨ ਤੋਂ ਬਾਅਦ ਪਿਆ ਮਾਰਨ ਤੋਂ ਬਾਅਦ ਇਹ ਤੁਰਨ ਲੱਗੇ ਸਵੇਰੇ ਰੋਂਦੇ ਰੋਂਦੇ ਆਉਂਦੇ ਆ ਤੇ ਮਾਂ ਹੁਣ ਇੱਥੇ ਰਹੀ ਆਉਂਦੇ ਆ ਮਾਘੀ ਦਾ ਦਿਨ ਸੀ। ਪੁੱਤ ਤੂੰ ਜਾ ਵਾਗਰੂ ਆ ਕੇ ਜੋ ਹੋਣਾ ਹੋ ਵੇਖੀ ਜੂ हाँ ਤੇ ਤੂੰ ਆਪਣਾ ਧਿਆਨ ਨਾ ਮਗਰ ਕਰੀ। हाँ ये फौज की नौकरी चले सी ये फौज की नौकरी चले सी अच्छा ठीक है ਪਟਨਾ ਸਾਹਿਬ ਸੀ ਉਦੋਂ। पटना साहब नौकरी सी ना दी ਆਹ अच्छा अच्छा ठीक है ਅਸੀਂ ਮਾਂ ਜੀ ਦੀ ਸੇਵਾ ਕੀਤੀ। ਫਿਰ ਉਹ ਵਿਚਾਰੀ ਗਈ ਮਾਸੀ ਆਂਦੀ ਆ ਵੀ ਨਹੀਂ ਮੈਂ ਨੌਸੇ ਮੰਜਾ ਉੱਧਰ ਲੈ ਜਾਂਦੀ ਹਾਂ ਮਾਂ ਦਾ। हाँ ਮੈਂ ਛੇਤੀ ਨਾਲ ਮੰਜਾ ਫੜ ਕੇ ਮੈਂ ਮਾਸੀ ਹੁਣ ਮੈਂ ਮਾਂ ਦੇਣੀ ਆ। हाँ 6-7 ਸਾਲ ਮੈਂ ਗੁਰੂਆਂ ਵਾਂਗੂ ਉਹਨੂੰ ਸਾਂਭਿਆ अच्छा ਤੇ ਮੈਨੂੰ ਇੰਨੀਆਂ ਸੀਸਾਂ ਦੇਣੀਆਂ। ਆਖਣਾ ਤੂੰ ਇਹ ਵਜ੍ਹਾ ਕਿੱਥੋਂ ਗੱਲਾਂ ਸਿੱਖੀਆਂ ਮੇਰੀ ਸੇਵਾ ਕਰਨ ਦੀ। हाँ ਵੀ ਚਾਦਰ ਰੋਜ਼ ਬਦਲਣੀ ਬਿਸਤਰਾ ਧੋਣਾ ਤੇ ਕਿਤੇ ਦੇ ਜਾਣੇ ਕੱਪੜੇ ਮੈਨੂੰ ਮੈਂ ਨਾ ਲੱਗਣ ਦੇਣੀ। ਰੋਟੀ ਪਹਿਲਾਂ ਮੂੰਹ ਹੱਥ ਧਵਾਉਣਾ ਫਿਰ ਰੋਟੀ ਚਾਹ ਪੜਾਉਣੀ ਬੜੀਆਂ ਸੀਸਾਂ ਦੇਣੀਆਂ। ਕਰਨ ਲੱਗੇ ਮੈਨੂੰ 20 ਰੁਪਏ ਫੜਾ ਕੇ ਆਉਂਦੇ ਆ ਆਹ ਮਾਂ ਦਾ ਉੱਤੇ 100 ਪੀਸ ਕੁਛ ਲਾਵੀਂ। अच्छा ਉਹ ਭਾਈ ਇਹ ਉਹਨਾਂ ਨੂੰ ਆਖੀ ਵੀ ਲਾ ਦੇਣਗੇ। हाँ ਪਤਾ ਨਹੀਂ ਉਹਨਾਂ ਕੱਪੜਾ ਕੁਪੜਾ ਲੈ ਆਂਦਾ ਉਹ ਮਗਰ ਕੁਛ ਕਰਨ ਪਰ ਬੜੇ ਇਨਸਾਨ ਇੱਥੇ ਫਿਰ ਪਾਠ ਮੇਰੇ ਵਾਲੀ ਸਭ ਕੁਝ ਹੋਣਾ ਸੀ। ਉਦੋਂ ਤਾਂ ਚਲੋ ਸਾਰਾ ਟੱਬਰ ਕਰਦਾ ਮੁੜ ਕੇ ਆਪਣੀ ਮਾਂ ਨੂੰ ਜਦੋਂ ਇੱਥੇ ਛੱਡ ਗਿਆ ਨਾ ਸੰਦੋਰ ਤੋਂ कोट खालसे ਆਹੋ ਉੱਥੇ ਲੱਤ ਟੁੱਟ ਗਈ ਇੱਥੇ ਆਉਂਦੀ ਨਹੀਂ ਸੀ। अच्छा पहला पिंड सी पहला सकीरे सी ਆ ਪਹਿਲਾਂ ਸਵੇਰੇ ਸੀ ਤੇ ਉਹ ਫਿਰ ਘਰ ਨਾ ਚ ਸਾਂਭੀ ਕਿਸੇ ਨਾ ਤੇ ਉਹ ਘਰ ਦੀ ਉਹਦੀ ਹੈ ਨਹੀਂ ਸੀ। अच्छा ਉਹ ਜਦ ਛੱਡ ਗਿਆ ਨਾ ਲਿਬੜੀ ਤੇ ਬੜੀ ਆਹਾਂ ਸਾਂਭੀ। ਵੀ ਤੁਹਾਨੂੰ ਚੇਤਾ ਬੜਾ ਹਾਂ ਚੇਤਾ ਤੁਹਾਨੂੰ ਬੜਾ ਨਿੱਕੀ ਨਿੱਕੀ ਗੱਲ ਦਾ ਕਮਾਲ ਆ। ਹਾਂ ਅੱਛਾ ਕਿੰਨੀ ਪੁਰਾਣੀ ਗੱਲ ਹੈ ਤੇ ਆਖਣਾ ਇਹ ਤੁਹਾਡੀ ਸੱਸ ਦੀ ਗੱਲ ਹੁੰਦੀ ਹੁਣ ਹੈਂ ਤੁਹਾਡੀ ਆਪਣੀ ਸੱਸ ਦੀ ਗੱਲ ਸੁਣਾਉਣ ਡਏ ਹੋ ਮੇਰੀ ਸੱਸ ਹਾਂ ਉਹ ਦਾਦੀ ਸੀ। ਉਹ ਪਹਿਲਾਂ ਦਾਦੀ ਦੀ ਗੱਲ ਸੁਣਾਈ ਆ ਪਹਿਲਾਂ ਦਾਦੀ ਦੀ ਸੀ। ਹਾਂ ਉਹ ਭਾਗ ਕੌਰ ਦਾਦੀ ਸੀ ਆਹਾ ਤੇ ਤੁਹਾਡੀ ਸੱਸ ਦਾ ਨਾਮ ਕੀ ਸੀ ਨਾਮ ਕੋਲ ਨਾਮ ਕੌਰ ਇਹਨਾਂ
ਮੁੜ ਕੇ ਜਦੋਂ ਅਸੀਂ ਆ ਗਏ ਬੜਾ 6-7 ਸਾਲ ਬੜੀ ਸੇਵਾ ਕੀਤੀ ਅੱਛਾ। ਬਲਵਿੰਦਰ। ਇਹ ਸੀਸਾਂ ਹੀ ਦਿੰਦੀਆਂ ਗਈਆਂ। ਇਹ ਨਹੀਂ ਨਿੱਕੀ ਮਾਂ ਨੇ ਨਹੀਂ ਆਖਣਾ ਨਹੀਂ ਤੂੰ ਤੇ ਤਰ੍ਹਾਂ ਸਾਨੂੰ ਸਾਂਭਦੀ ਤੇ ਪਰ ਗੱਲਾਂ ਕਰਦੀ ਦਿਨੇ ਆ ਜਿਹੜਾ ਅੱਜ ਮਲਕੀਰ ਆਇਆ ਨਾ ਇਹਦੀ ਵਹੁਟੀ ਬੈਠੀ ਬਲਵਿੰਦਰ ਕੋਲ ਕਹਿੰਦੀਆਂ ਆਖਣ ਸੱਸ ਮੇਰੀ ਸੱਸ ਨੂੰ ਅੱਛਾ ਉਹਨੂੰ ਨਿੱਕੀ ਮਾਂ ਕਹਿੰਦੇ ਸੀ। ਆਂਦੀ ਆ ਵੀ ਅੱਜ ਮੈਂ ਹੋ ਜਾਣਾ ਸ਼ਾਮ ਨੂੰ ਤੇ ਸੂਬੇਦਾਰ ਦੀ ਮਾਂ ਮਰ ਗਈ ਆ। ਅੱਛਾ ਪਹਿਲਾਂ ਹੀ ਕਹਿਤਾ। ਪਹਿਲਾਂ ਹੀ ਕਈ ਦਿਨ ਕਹਿੰਦੀ ਸੀ। ਅੱਛਾ ਹਾਂ ਦਿਹਾੜੀ ਡੰਗ 'ਚ ਤੇ ਸਰਬਜੀਤ ਚੱਲਿਆ ਕਿਤੇ ਬੰਬੇ ਨੂੰ। ਹਾਂ ਤੇ ਉਹਨੂੰ ਆਂਦੀ ਹੈ ਨਾ ਜਾ ਮੇਰਾ ਜਹਾਜ਼ ਚੜ੍ਹਦਾ ਵੇਖ ਕੇ ਜਾਈਂ। ਸਵੇਰ ਦੀ ਇਹ ਗੱਲ ਆ ਬੱਦਨ। ਅੱਛਾ ਤੇ ਉਹ ਆਂਦਾ ਮਾਂ ਕੀ ਪਤਾ ਤੇਰਾ ਜਹਾਜ਼ ਕਦੋਂ ਚੜ੍ਹਨਾ। ਆਂਦੀ ਹੈ ਇੱਥੋਂ ਤੀਜੇ ਦਿਨ ਚੜ੍ਹ ਜਾਣਾ। ਅੱਛਾ ਅੱਛਾ ਉਹਨੂੰ ਹੱਸਦੇ ਤੇ ਪੈਸੇ ਮੈਂ ਹੀ ਪੱਲੇ ਬੰਨਣੇ ਵੀ ਉਹਨਾਂ ਕੋ ਕੀ ਸੀ। ਤੇ 10 ਰੁਪਏ ਵਧੇ ਤੇ ਆਂਦੀ ਆ ਖੋਲ ਨਹੀਂ ਪੈਸੇ ਮੈਂ ਦਿਆਂ ਇਹਨੂੰ ਤੁਰਦੇ ਨੇ। ਉਹ ਮੈਂ ਖੋਲ ਕੇ ਤਾਂ ਮੈਂ ਹੈ ਉਹ ਲੈਂਦਾ ਨਹੀਂ ਗਾ। ਮੈਂ ਕਿਹਾ ਵੀ ਮੈਂ ਹੋਰ ਬਾਂਹ ਲਵਾਂ ਤੂੰ ਫੜ ਲਾ। ਇਹ ਚਲੇ ਗਿਆ ਤੇ ਮੁੜ ਕੇ ਪਰ ਰਾਤ ਨੂੰ ਮੈਂ ਕਿਹਾ ਬਲਵਿੰਦਰ ਹੱਟ ਤੋਂ ਰੋਟੀਆਂ ਪਕਾ ਮੇਰੇ ਸਾਹਮਣੇ ਚੌਂਕਾ ਤੇ ਮੈਂ ਮਾਂ ਨੂੰ ਸਿੱਧੀ ਕਰਾਂ। ਦੁਪਹਿਰੇ ਇਸ ਵੇਲੇ ਮੈਂ ਲੰਗਰ ਦਾ ਫੁਲਕਾ ਲਿਆ ਕੇ ਖਵਾਇਆ ਪੌਣਾ ਫੁਲਕਾ ਖਾਧਾ ਤੇ ਬੜੀਆਂ ਡਕਾਰ ਮਾਰ ਕੇ ਰਾਤ ਫਿਰ ਉਹ ਪੇਟੀਆਂ ਵਾਲੇ ਅੰਦਰ ਮੰਜਾ ਸੀ ਉੱਥੇ ਬਈ 9 ਸੱਸ ਅਸੀਂ ਬੈਠੀਆਂ। ਮੈਂ ਮਾਂ ਨੂੰ ਜਦੋਂ ਚੁੱਕ ਕੇ ਤਾਂ ਕੀਤੀ ਹੈ ਨਾ ਤੇ ਮਾੜਾ ਜਿਹਾ ਸਾਹ ਆਂਦੀ ਆ ਮੈਨੂੰ ਰਾਮ ਦੇ ਦੇ ਖਾਂ ਘੁੱਟ ਕੇ। ਅੱਛਾ ਤੇ ਮੈਨੂੰ ਨੀਂਦ ਆ ਜੂਗੀ। ਮੈਂ ਕਿਹਾ ਸੌਣ ਲੱਗੀ ਮਾਂ ਜੀ ਮੈਂ ਦਊਂਗੀ ਹੁਣ ਤੁਸੀਂ ਰੋਟੀ ਖਾਓ ਤੇ ਫਿਰ ਦੇ ਹਾਂ ਆਂਦੀ ਆ ਬਲਵਿੰਦਰ ਆਂਦੀ ਹਾਏ ਮੈਂ ਐਂ ਹੀ ਲਾਈ ਆ ਨਿਆਣੀਆਂ ਵਾਂਗੂ। ਅੱਛਾ ਤੇ ਬਲਵਿੰਦਰ ਆਂਦੀ ਆ ਹਾਏ ਬੀਬੀ ਮਾਂ ਦੀਆਂ ਅੱਖਾਂ ਤੇ ਕਰਨ ਮੈਂ ਛੇਤੀ ਨਾਲ ਅੱਖਾਂ ਤੇ ਐਂ ਕਰ ਲਿਆ ਪੂਰੀ। ਅੱਛਾ ਤੇ ਮੈਂ ਆਪਣੇ ਪਿਤਾ ਜੀ ਨੂੰ ਆਵਾਜ਼ ਮਾਰ ਇਹ ਮਸ਼ੀਨ ਤੋਂ ਭੱਜੇ ਹੀ ਆ ਗਏ। ਐਮ ਬਲਵਿੰਦਰ ਮੈਂ ਆਂਦਾ ਚੱਕੀ ਚਲਾਉਂਦਾ ਸੀ ਇਹ ਚੱਕੀ ਤੇ ਸੀਗੇ ਚੱਕੀ ਤੇ ਸੀ ਬੈਠੇ। ਮੈਂ ਤੁਹਾਨੂੰ ਆਂਦਾ ਹੈ ਨਾ ਉਹ ਮਾਂ ਸਾਡੀ ਦਿਹਾੜੀ ਡਾਂਗੀ ਸੀ। ਮਾਂ ਆਪ ਹੀ ਦੱਸੀ ਜਾਂਦੀ ਸੀ ਟਾਈਮ ਚਲੀ ਗਈ। ਤੇ ਬਾਪੂ ਕਿਹੜੇ ਸਾਲ ਪੂਰਾ ਹੋਇਆ? ਬਾਪੂ ਕਿੰਨੇ ਸਾਲ ਪਹਿਲਾਂ ਪੂਰਾ ਹੋ ਗਿਆ ਤੁਹਾਡੇ ਸਹੁਰਾ ਸਾਹਿਬ? ਪਹਿਲਾਂ ਮਾਂ ਤੋਂ ਪਹਿਲਾਂ ਮਰ ਗਿਆ ਸੀ। ਕਿੰਨੇ ਕੁ ਸਾਲ? 5-6 ਸਾਲ। 5-6 ਸਾਲ। ਉਹ ਪਿੰਡ ਹੀ ਸੀ? ਆਹੋ ਉਹ ਸਖੀਰੇ ਸੀ? ਹਾਂ ਉਹ ਵੇਖ ਨਾ ਕੋਲ ਪੁੱਤ ਸੀ ਲੋਕ ਸੋਂ ਉਹ ਨਾ ਬੜੀ ਸੇਵਾ ਕਰਨੀ। ਹੁਣ ਰੋਟੀ ਦੀ ਗੱਲ ਹੀ ਨਾ ਮੰਨਣੀ ਆਖਣਾ ਨਹੀਂ ਤੇ ਰਾਜੀ ਭੱਜ ਗਿਆ। ਹੁਣ ਮੈਂ ਆਪ ਸੋਚਦੀ ਇੱਥੋਂ ਦਾ ਇਹ ਬਾਅਦ ਦਾ ਨਹੀਂ ਸੋਚੀ ਹੁੰਦਾ। ਬਾਅਦ ਜਿਹਨੇ ਕਰਨਾ ਆਪੇ ਕਰੂਗਾ। ਮਰਨ ਤੋਂ ਬਾਅਦ ਬੰਦਾ ਜਾਂਦਾ ਕਿੱਥੇ ਵੈ ਕੋਈ ਪਤਾ ਨਹੀਂ। ਇਹ ਰੱਬ ਦਾ ਕਿਹੜਾ ਟਿਕਾਣਾ ਹੈ ਜਿੱਥੇ ਬੰਦਾ ਚਲਾ ਜਾਂਦਾ? ਉਹ ਇਹਨਾਂ ਨੇ ਆਖਣਾ ਪਤਾ ਨਹੀਂ ਮੈਨੂੰ ਕੀ ਮੇਰੇ ਦੁਆਲੇ ਭੱਜਾ ਫਿਰਦਾ। ਅੱਛਾ ਇਹ ਕੌਣ ਆ ਇਹ ਕੌਣ ਬੰਦੇ ਆ ਇਹ ਕਿੱਥੇ ਆਇਆ ਕਾਹ ਕਿਹੜੇ ਆ ਬੜਾ ਮਹੀਨਾ ਸਾਰਾ ਪਈ। ਮੈਂ ਕੋਈ ਆਖਿਆ ਮੈਂ ਵੀ ਮੇਰੇ ਨਾਲ ਲੈ ਕੇ ਜਾਣਾ ਹੋਰ ਤੇਰਾ ਕਿਹੜਾ ਕੀ ਕੰਮ ਹੈ। ਤੂੰ ਪਹਿਲਾਂ ਆਖਣਾ ਮੈਂ ਹੈ ਵੀ ਜੇ ਤੇ ਪਤਾ ਨਹੀਂ ਕਿ ਕਿਹੜੇ ਜੀ ਨੇ ਅੱਗੋਂ ਜਾਣਾ। ਹਾਂਜੀ ਇਹ ਤਾਂ ਕਿਸੇ ਦਾ ਨਹੀਂ ਪਤਾ। ਇਹ ਕੋਈ ਪਤਾ ਨਹੀਂ ਕਿੰਨੇ ਪਹਿਲਾਂ ਚੱਲ ਜਾਣਾ ਕਿੰਨੇ ਬਾਅਦ ਚ। ਜੇ ਤੇ ਹੋਇਆ ਵੀ ਤੁਸੀਂ ਮੇਰੇ ਹੱਥਾਂ 'ਚ ਜਾਣਾ। ਅੱਛਾ ਮੈਂ ਤਾਂ ਕਰੂ ਫੁੱਲ ਸੇਵਾ। ਅੱਛਾ ਤੁਹਾਡੀ ਹਾਂ ਉਹ ਹੀ ਆਂਦਾ ਵੀ ਮੈਂ ਵੀ ਸੋਚਦਾ ਹੈ ਕਿ ਜੇ ਤੂੰ ਮੈਂ ਤੇਰੇ ਹੱਥਾਂ 'ਚ ਹੋਇਆ ਤਾਂ ਤੂੰ ਤਾਂ ਮੈਨੂੰ ਸਾਂਭ ਲੈਣਾ। ਹਾਂ ਤੇ ਜੇ ਤੂੰ ਨਹੀਂ ਮੇਰੇ ਤੋਂ ਸਾਂਭੀ ਜਾਣਾ। ਅੱਛਾ ਹਾਏ ਹਾਏ ਇੱਕ ਦਿਨ ਮੈਂ ਆਪਣੇ ਘਰ ਇਹਦਾ ਮਤਲਬ ਇਹ ਆ ਵੀ ਹਾਲੇ ਤੁਹਾਡਾ ਟਾਈਮ ਬਹੁਤ ਦੂਰ ਆ। ਤੁਹਾਨੂੰ ਹਾਲੇ ਤਾਂ ਨਹੀਂ ਇਦਾਂ ਦਾ ਕੋਈ ਹਾਲੇ ਉਦਾਂ ਦਾ ਸੁਪਨਾ ਤਾਂ ਨਹੀਂ ਇਦਾਂ ਦਾ ਕੋਈ ਆਇਆ ਨਾ ਹਾਲੇ। ਬਸ ਠੀਕ ਹੈ ਫਿਰ ਸੁਪਨਾ ਆਇਆ ਤਾਂ ਪਰ ਆਂਦੇ ਕੁਛ ਨਹੀਂ
ਆ ਬਸ ਠੀਕ ਹੈ, ਹਾਲੇ 5-10 ਸਾਲ ਪਏ ਆ। ਵਾਹਿਗੁਰੂ ਹਾਂ, ਸੋਨੇ ਦੀ ਪੌੜੀ ਚੜ੍ਹਨਾ ਹਾਲੇ। ਪਰਿਵਾਰ ਮੇਰਾ ਰਾਜੀ ਸੀ। ਤੁਹਾਡਾ ਵਿਆਹ ਕਿੰਨੀ ਕੁ ਉਮਰ 'ਚ ਹੋ ਗਿਆ ਸੀ? ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਵਿਆਹ ਹੋ ਗਿਆ ਸੀ? ਪਤਾ ਨਹੀਂ ਛੋਟੀ ਸੀ ਉਮਰ, 20 ਸਾਲ ਹੋਣੇ, ਪਰ ਵੀ ਹੋ ਕੇ ਘੱਟ ਹੋ। ਘੱਟ ਹੋ। ਉਹ ਪਹਿਲਾਂ ਛੇਤੀ ਹੋ ਜਾਂਦੇ ਵੀ ਆ। ਬੜਾ ਲੰਬਾ ਸਮਾਂ ਤੁਸੀਂ ਇਕੱਠਿਆਂ ਨੇ ਕੱਢਿਆ ਫਿਰ, ਹੈ? ਹਾਂ 60-70 ਸਾਲ, 70 ਸਾਲ। ਅੱਛਾ, ਫਿਰ ਮੇਰੇ ਭਰਾਵਾਂ ਨੇ ਵਾਹੀ ਕੀਤੀ ਜਾ ਕੇ ਸਿੰਧ ਹੈਦਰਾਬਾਦ 'ਚ। ਅੱਛਾ, ਉੱਧਰ ਵੀ ਗਏ ਆ, ਹਾਂ, ਹੈਦਰਾਬਾਦ ਸਿੰਧ 'ਚ। ਉਹ ਫਿਰ ਕਤਲਾਂ 'ਚ ਜ਼ਮੀਨਾਂ ਤੇ ਆਪਣੀ ਤੇ ਪੈ ਗਈ ਸਾਰੀ ਗਹਿਣੀ। ਅੱਛਾ। ਫਿਰ ਉਹ 45 ਜਿੱਥੋਂ ਆਪਾਂ ਮਜੀਦਿਆਂ ਨੂੰ ਮੁੜੇ ਆ, ਹਾਂ ਉੱਥੇ ਸਟੇਸ਼ਨ ਜੱਜ ਸੀ। ਆਹੋ, ਚੱਕ 45। ਹਾਂ, ਉਹਨੇ ਆਖਿਆ ਉਹਦੇ ਨਾਲ ਵਾਵਾ ਸੀ ਸਾਡੇ ਬੰਦਿਆਂ ਦਾ ਮੁੰਡਾ। ਹਾਂ ਉਹ ਆਂਦਾ ਹੈ ਮੇਰੇ 40 ਮਰਬੇ ਆ। ਹਾਂ। ਉਧਰ ਮੈਂ ਲਾਏ ਅੱਛਾ, ਉੱਥੇ ਸਿੰਧ 'ਚ। ਸਿੰਧ 'ਚ ਨਵਾਬ ਸ਼ਾਹ ਸ਼ਹਿਰ ਆ। ਹਾਂ ਜੀ, ਨਵਾਬ ਸ਼ਾਹ ਹੈਗਾ। ਅੱਛਾ ਉਹ ਬੜਾ ਘੁੰਮਿਆ। ਅੱਛਾ। ਨਾਲ ਫਿਰ ਭਰਾਵਾਂ ਦੇ ਇੱਕ ਮੇਰਾ ਮਾਮੇ ਦਾ ਪੁੱਤ ਗਿਆ ਤੇ ਮਾਮਾ ਗਿਆ, ਅੱਛਾ। ਨਾਲ ਮਾਮੀ ਗਈ। ਇੱਕ ਗਮਾਨਪੁਰੇ ਮੇਰਾ ਮਾਸੀ ਦਾ ਪੁੱਤ ਸੀ, ਉਹ ਗਿਆ ਤੇ ਨਾਲ ਉਹਦੇ ਇੱਕ ਮਜਬੀ ਗਿਆ। ਅੱਛਾ। ਮੇਰੇ 2 ਭਰਾ ਗਏ, ਤੀਜਾ ਪਿਓ ਗਿਆ ਉੱਥੇ ਸਿੰਧ 'ਚ। ਉੱਥੇ ਜਾ ਕੇ ਜੋਗਾਂ ਵੰਡ ਲਈ ਕੇ ਦਿੱਤੀਆਂ, ਸਾਲ ਦਾ ਖਰਚਾ ਵੰਡ ਦਿੱਤਾ। ਅੱਛਾ। ਖਾਣ ਪੀਣ ਦਾ ਪੱਠਾ ਦਾ ਖਾਸਾ ਉਹਨਾਂ ਨੇ ਜਿੰਨੀ ਲੋਕਾਂ ਦੇ ਹੋਈ ਜ਼ਮੀਨ ਵਾਦ ਕੀਤੀ, ਉਨੀ ਲਈ ਗਏ, ਹੈਂ, ਉਨੀ ਲੈ ਲਈ। ਤੇ ਕਮਾਈ ਕਰਕੇ ਤੇ ਵਿਚਾਰੇ ਲਿਆਏ। ਪਾਕਿਸਤਾਨ ਬਣਨ ਤੋਂ ਪਹਿਲਾਂ 6-7 ਸਾਲ ਆ ਗਏ। ਅੱਛਾ, ਪਾਕਿਸਤਾਨ ਬਣਨ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ ਇਹ? ਪਹਿਲਾਂ ਉਹ ਆ ਗਏ। ਅੱਛਾ, ਉਧਰੋਂ ਸਿੰਧ ਵੱਲੋਂ। ਤੇ ਮੈਂ ਵੀ ਨਾਲ ਰਹੀ 1.5 ਸਾਲ ਉੱਥੇ ਸਿੰਧ। ਉਹ ਸਿੰਧ 'ਚ। ਲੈ, ਇਹ ਤੁਸੀਂ ਦੱਸਿਆ ਨਹੀਂ ਕਦੀ। ਮੈਂ ਸਿੰਧ 'ਚ ਰਹੀ। ਅੱਛਾ। ਉੱਥੇ ਬੁਖਾਰ ਜੀ ਨਹੀਂ ਛੱਡਦਾ ਸੀ ਨਾ, ਬੜਾ ਭੈੜਾ। ਅੱਛਾ। ਮੁੜ ਕੇ ਮੈਂ ਪਿੰਡ ਆ ਗਈ। ਰਾਤ ਮਾਸੀ ਨਾਲ ਖਾਣਾ ਤੇ ਇਸ ਤਰ੍ਹਾਂ ਕਮਰੇ ਬਰਾਬਰ ਸੀ, ਇਕੱਠੇ ਹੀ ਰਹਿੰਦੇ ਸੀ ਇੱਕੇ ਵਿਹੜੇ 'ਚ। ਤੇ ਬਾਪੂ ਨੇ ਚਾਹ ਬਣਾਉਣੀ, ਮੈਂ ਰੋਟੀ ਪਾਣੀ, ਬੜੀ ਦੂਰ ਰੋਟੀਆਂ ਚੁੱਕ ਕੇ ਤੇ ਕੁੱਤਾ ਰੱਖਿਆ। ਅੱਛਾ। ਕੁੱਤੇ ਨੂੰ ਮੈਂ ਨਾਲ ਮੇਰੇ ਰਹਿਣਾ। ਹੁਣ ਛੋਟਾ ਜਿਹਾ ਕਤੂਰਾ। ਉਹਦਾ ਨਾਂ ਚੇਤੇ ਹੈ? ਹੈਂ? ਲੈ ਆਵੇ, ਕੁੱਤੇ ਦਾ ਨਾਂ ਚੇਤੇ ਹੈ ਕਿ ਨਾਂ ਨਹੀਂ ਚੇਤੇ? ਨਹੀਂ, ਨਾਂ ਦਾ ਨਹੀਂ। ਉਹ ਮੈਂ ਪਹਿਲਾਂ ਉਹਨੂੰ ਜੁੱਤੀ ਲਾ ਕੇ ਜੁੱਤੀ ਨੂੰ ਤੇ ਕੁੱਤੇ ਨੂੰ ਰੱਖਣਾ ਅਗਲੇ ਬੰਨੇ। ਅੱਛਾ। ਹਾਲ ਬੜੇ ਵੱਡੇ ਸੀ। ਅੱਛਾ। ਉਹ ਪਾਣੀ ਲੰਘਣਾ, ਰੋਟੀਆਂ ਫਿਰ ਬਾਹਰ ਚੁੱਕ ਕੇ ਤੇ ਫੇਰ ਨਿਕਾਉਣੀਆਂ। ਇੰਨੇ ਵਕਤ ਖਿੱਚਿਆ। ਤੇ ਮੁੜ ਕੇ ਭਰਾ ਕਮਾਈ ਕਰਕੇ ਲਿਆਏ। ਇਹ ਤੁਸੀਂ ਕਿਹਾ ਭਰਾ ਉੱਥੇ ਗਏ ਸੀ ਵੀ ਜ਼ਮੀਨ ਕਤਲ 'ਚ ਗਹਿਣੇ ਪੈ ਗਏ ਸੀ? ਕਤਲ ਕਿਹਦਾ ਹੋਇਆ ਸੀ? ਕਤਲ ਹੋ ਗਿਆ ਸੀ ਗੁਆਂਢੋਂ। ਉੱਥੇ ਪਾਕਿਸਤਾਨ 'ਚ ਹੀ? ਇੱਥੇ ਹੀ ਹੋਇਆ ਸੀ ਤੇ ਜਗਦਿਆਂ 'ਚ ਹੀ? ਚੱਕ 45 'ਚ? ਹੋ ਜਗਦਿਆਂ 'ਚ। ਚੱਕ 45 'ਚ? ਨਾ ਇੰਨੀ ਜਗਦਿਆਂ 'ਚ। ਅੱਛਾ, ਇੱਧਰ ਵਾਲੇ ਜਗਦਿਆਂ 'ਚ। ਇੱਥੇ ਤਾਂ ਫਿਰ ਬਾਹਰ 'ਚ ਵੀ ਜ਼ਮੀਨ ਸੀ ਤੇ ਇੱਥੇ ਵੀ ਸੀ। ਹਾਂ। 5-6 ਕਿੱਲੇ ਬਾਹਰ 'ਚ ਸੀ, ਇੱਥੇ ਸੀ। ਉਹ ਬਾਬੇ ਸਾਡੇ ਨੇ ਸਾਰੇ 4 ਹਿੱਸੇ ਬਾਪੂ ਨੂੰ ਪਾਤੇ। ਅੱਛਾ। ਵੱਢਣੇ ਲਈ ਤੇ ਆਪੇ ਲੋਕ ਪੈ ਗਏ, ਗਹਿਣੇ ਪੈਣੀ ਸੀ। ਚਲੇ ਗਏ। ਫਿਰ ਉੱਥੋਂ ਭਰਾਵਾ ਕਮਾਈ ਕਰਕੇ ਲਿਆਏ ਸਿੰਧ 'ਚੋਂ। ਹਾਂ, ਸਾਰੇ ਟੱਬਰ ਨੇ ਢੋਲੀਆਂ ਬੰਨ ਕਪਾਵਾਂ ਚੁਗਾਈਆਂ, ਐਡੇ ਦਲਾਨ ਤੇ ਬੂਹੇ ਬੰਦ ਹੋਣੇ, ਉਹਨਾਂ ਕੰਧਾਂ ਸਾਂਝੀ ਪੰਡਾਂ ਸੁੱਟਣੀਆਂ। ਉੱਥੇ ਜ਼ਮੀਨ ਕਹਿੰਦੇ ਭਾਰੀ ਆ ਨਾ, ਜ਼ਮੀਨ ਉੱਥੇ ਹੁੰਦੀ, ਖੇਤੀ ਬਹੁਤ ਹੁੰਦੀ ਸੀ ਪਾਕਿਸਤਾਨ ਬਾਹਰ 'ਚ। ਬੜੀ ਬਾਤ ਕੀਤੀ ਸੀ। ਫਿਰ ਜਿੰਨਾ ਉਹਨਾਂ ਦਾ ਸਭ ਤਨਖਾਹਾਂ ਉਹਨੂੰ ਹਿੱਸੇ ਉਹਨਾਂ ਨੇ ਦਿੱਤਾ। ਲਿਆ ਕੇ ਇੱਧਰ ਤੇ ਗੱਡੇ ਤੇ ਲਿਆਇਆ ਸਮਾਨ। ਜੇ ਮੈਂ ਆ ਗਈ ਤੇ ਮੇਰੀ ਮਾਂ ਚਲੀ ਗਈ ਉੱਥੇ। ਅੱਛਾ। ਇਹ ਮੈਨੂੰ ਇੱਥੇ ਇਕੱਲੀ ਨੂੰ ਰਹਿਣਾ ਪਿਆ। ਇਹ ਸੀ ਅਗਲੇ ਸੁਪਨੇ ਸਫੇ ਅੱਖਾਂ ਦੇ ਗਾੜੀ ਨੂੰ ਇਸ ਤਰ੍ਹਾਂ ਹੀ ਹੁੰਦਾ ਹੈ।
ਅੱਛਾ ਫਿਰ ਜਿੱਦਾਂ ਗਾੜੀ ਕੋਈ ਸੁਣਨੀਆਂ ਜਾਤਾਂ ਚ ਡੀਆਂ ਹਾਂ ਗਗੜੇ ਕੋਈ ਕਿੰਨੇ ਕਹਿੰਦਾ ਕੱਢੀ ਗਿਆ ਜਾਂਦਾ ਹਾਂ ਮੈਨੂੰ ਨਹੀਂ ਇਸ ਤਰ੍ਹਾਂ ਹੀ ਆ ਅੱਛਾ ਮੈਂ ਤਾਂ ਫਿਰ ਪਾਠ ਕਰਨ ਲੱਗ ਗਿਆ ਔਰ ਨਾਲੇ ਪਾਠ ਕਰਨ ਲੱਗ ਪਿਆ ਕਰੋ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਜਾਣੀ ਨਾ ਮੇਰੇ ਹੱਥ ਮੈਨੂੰ ਆਂਦੇ ਆ ਉਹ ਜਦੋਂ ਜੀਆ ਜੰਤ ਦਿਸਦੇ ਹੁੰਦੇ ਵਾਲੇ ਉਹਨੂੰ ਕਹੋ ਵੀ ਹਾਲੇ ਨਹੀਂ ਵੀ ਆਉਣਾ ਹਾਲੇ ਵੇਟ ਕਰੋ ਉਹ ਜਦੋਂ ਗਾਂ ਵਾਲੇ ਸੁਪਨੇ 'ਚ ਮਿਲਦੇ ਹੁੰਦੇ ਉਹਨੂੰ ਕਹੋ ਵੀ ਹਾਲੇ ਠਹਿਰੋ 5-10 ਸਾਲ ਠਹਿਰੋ ਹਾਲੇ ਆਹੋ। ਹੁਣ ਤਾਂ ਮੈਂ ਨਹੀਂ ਤੈਨੂੰ ਛੁੱਟੀ ਦਵਾ ਲਾ ਜੇ ਤਰ੍ਹਾਂ ਨਹੀਂ ਛੁੱਟੀ ਹਾਲੇ ਨਹੀਂ ਕੋਈ ਦਾ ਪਾਠ ਕਰਿਆ ਕਰੋ ਹਾਂ ਇਹ ਜਦੋਂ ਬੰਦੇ ਦਾ ਇਲਾਕਾ ਆਉਂਦਾ ਹੈ ਨਾ ਹਾਂ ਸਭ ਨੂੰ ਇਹ ਤਰ੍ਹਾਂ ਹੁੰਦਾ ਜੀ ਅੱਛਾ ਜਦੋਂ ਬੰਦੇ ਦਾ ਟਾਈਮ ਨੇੜੇ ਆ ਜਾਂਦਾ ਹਾਂ ਤੇ ਤੁਸੀਂ ਵੀ ਜਾਣਾ ਤਾਂ ਹਰੇਕ ਨਹੀਂ ਹੈ, ਇੱਥੇ ਤਾਂ ਕਿਸੇ ਨੇ ਨਹੀਂ ਬੈਠੇ ਰਹਿਣਾ ਇਹ ਕਿਸੇ ਦਾ ਕੋਈ ਪਤਾ ਨਹੀਂ ਪਹਿਲਾਂ ਕਿਹਨੇ ਜਾਣਾ ਬੰਦਾ ਔਖਾ ਨਾ ਜਾਵੇ ਆਰਾਮ ਨਾਲ ਲੈ ਜੇ ਔਰ ਨਵੀਂ ਜ਼ਿੰਦਗੀ ਹੋ ਗਈ ਚਲੋ ਰੱਬ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਇਹੀ ਕਹਿ ਸਕਦੇ ਹੋਰ ਬਸ ਹਾਂ ਤੁਸੀਂ ਸਾਰਿਆਂ ਨੂੰ ਜੋੜ ਕੇ ਰੱਖਿਆ ਆ ਜਿੰਨੇ ਚਿਰ ਜੋਗੇ ਤੁਸੀਂ ਹੈਗੇ ਆ ਮੇਰੇ ਜੋੜਿਆ ਮੇਰੇ ਨਹੀਂ ਹੁਣ ਨਹੀਂ ਉਹ ਜੋੜਨੇ ਹੁਣ ਨਹੀਂ ਜੁੜਨੇ ਹੁਣ ਨਹੀਂ ਜੋੜਨੇ ਜੁੜ ਜਾਣੇ ਆ ਵੀ ਨਿਆਣੇ ਤੁਹਾਡੇ ਸਾਰਾ ਹੀ ਬਹੁਤ ਕਰਦੇ ਆ ਆ ਜਿਹੜੇ ਮੈਂ ਤਾਂ ਲੋਕਾਂ ਨੂੰ ਨਹੀਂ ਗਾਂ ਮੇਰੇ ਪੁੱਤ ਪੋਤਰੇ ਹਾਂਜੀ ਗਾਂ ਜਵਾਈ ਆ ਹਾਂਜੀ ਸਾਰੇ ਹੀ ਵੱਡੇ ਤੋਂ ਲਾ ਕੇ ਹਾਂਜੀ ਹਾਂਜੀ ਤੇ ਕੁਛ ਨਹੀਂ ਸੀ ਦਿੱਤਾ ਲਿਆ ਮੈਨੂੰ ਵਿਆਹ ਅੱਛਾ ਤੇ ਚਾਚੇ ਮਦਦ ਇੱਕ ਦੂਜੇ ਦੀ ਕਰਦੇ ਸੀ ਚਾਚੇ ਦੀ ਸਲਾਹ ਨਾ ਜਾਣਾ ਜੀ ਕਰਨਾ ਜਿਹੜਾ ਕੰਮ ਕਰਨਾ ਆਹੋ ਇਹ ਇਦਾਂ ਅੱਗੇ ਬਥੇਰਾ ਸੀ ਚਾਚੇ ਦੀ ਸਲਾਹ ਸਲੂਹ ਪੂਰੇ ਪੁਰਾਣੇ ਜ਼ਮਾਨੇ 'ਚ ਲੋਕੀ ਲੈਂਦੇ ਸੀ ਹਾਂ ਆਪਣੇ ਘਰਦਿਆਂ ਵਾਂਗੂ ਹੀ ਆਪਣੇ ਮਾਪਿਓ ਵਾਂਗੂ ਚਾਚੇ ਤਾਏ ਦੀ ਮੰਨਦੇ ਸੀ ਬੜਾ ਕ ਫਿਰ ਚਾਚੇ ਨੇ ਆ ਕੇ ਖਰੀਦਾ ਫਰੋਸੀ ਕਰਨੀ ਅੱਛਾ ਸ਼ਾਪਿੰਗ ਸ਼ੂਪਿੰਗ ਇੱਕ ਵਾਰ ਸੁਣਾ ਆ ਗਿਆ ਵੀ ਪ੍ਰਾਹੁਣਾ ਆਇਆ ਦੂਜੇ ਦਿਨ ਆ ਗਿਆ ਵੀ ਪ੍ਰਾਹੁਣੇ ਨੂੰ ਛੁੱਟੀ ਨਹੀਂ ਮਿਲੀ ਅੱਛਾ ਉਹ ਰਾਸ਼ਨ ਇਹਨਾਂ ਖਾਣਾ ਸ਼ੁਰੂ ਕਰਤਾ ਮੇਰੇ ਭਰਾਵਾਂ ਨੇ ਹਾਂਜੀ ਕਹਿੰਦਾ ਮੈਂ ਕਿਉਂ ਪਾ ਮੁੜ ਕੇ ਚਾਚਾ ਆ ਗਿਆ ਵੀ ਪ੍ਰਾਹੁਣਾ ਤੇ ਆ ਗਿਆ ਤੇ ਹੁਣ ਛੇਤੀ ਕਰੋ ਉਹ ਮਾੜਾ ਸੰਭਾਲ ਹੈਗੀ ਆ ਮੈਨੂੰ ਹਾਂ ਪਰ ਉਂਝ ਨਹੀਂ ਪਤਾ ਇਹ ਵੀ ਵਿਆਹ ਹੁੰਦੇ ਕੀ ਕਰਨ ਆ ਵੀ ਵਿਆਹ ਦਾ ਕੀ ਰੀਜ਼ਨ ਕੀ ਹੈ ਵਿਆਹ ਦਾ ਅੱਛਾ ਨਾ ਪੁਰਾਣੀਆਂ ਨਵੀਆਂ ਪੈਂਦੀਆਂ ਤੁਸੀਂ ਕਿਹਾ ਵਿਆਹ ਦਾ ਮਤਲਬ ਹੈ ਪਰਾਂਦੀ ਪੈਣੀ ਨਵੀਂ ਨਾ ਨਵੇਂ ਪਰਾਂਦੀ ਜੋੜਨੇ ਆ ਜੁੱਤੇ ਜੋੜਨੇ ਕੱਪੜੇ ਜੋੜਨੇ ਇਹੀ ਸ਼ੌਂਕ ਹੁੰਦਾ ਵੀ ਵਿਆਹ 'ਚ ਇਹ ਚੀਜ਼ਾਂ ਆਹੋ ਚੱਲ ਜੀ ਵਿਆਹ ਹੋ ਗਿਆ ਹਾਂ ਇਹ ਵਿਚੋਲਾ ਕੌਣ ਸੀ ਤੁਹਾਡਾ ਮੇਰੀ ਭੈਣ ਜਾੜਲੇ ਵਾਲੇ ਅੱਛਾ ਜਾੜਲੇ ਵਾਲੇ ਚਲੋ ਮੁੜ ਕੇ ਉਹ ਦਿਨ ਤੱਕ ਉਦੋਂ ਹੀ ਚਲੇ ਗਏ ਹੁਣ ਸਾਲ ਬਾਅਦ ਫੇਰ ਆਏ ਫੇਰ ਵੀ ਸਾਲ ਬਾਅਦ ਮਕਲਾਵਾ ਜਿਹਨੂੰ ਕਹਿੰਦੇ ਮਕਲਾਵਾ ਲੈਣਾ ਮਕਲਾਵਾ ਹੀ ਕਹਿੰਦੇ ਸੀ ਨਾ ਅੱਛਾ ਉਦੋਂ ਵੀ ਬਣਿਆ ਬੁਣਿਆ ਕੁਛ ਨਾ ਲੀੜਾ ਕੱਪੜਾ ਅੱਛਾ ਵਿਚੋਲਿਆਂ ਨੂੰ ਕਿਤੇ ਆਂਦੇ ਹੋਣਗੇ ਵੀ ਚੱਲ ਜਾਓ ਹਾਂ ਉਹ ਆਂਦੀਆਂ ਵੀ ਅਸੀਂ ਦੱਸਿਆ ਨਹੀਂ ਹਾਂ ਅਸੀਂ ਖਾਲੀ ਮੁੜਾਂਗੇ ਹਾਂ ਭੈਣ ਮੇਰੀ ਆਂਦੀ ਆ ਹਾਂ ਭੈਣ ਦੀ ਸੱਸ ਵੀ ਆਂਦੀ ਆ ਅੱਛਾ ਜਦੋਂ ਉਹ ਇਸ ਇੰਨੀ ਸਕੀਰੀ ਤੇ ਆ ਗਏ ਇੱਕ ਚਾਚਾ ਸਾਡਾ ਇੱਥੇ ਰਹਿੰਦਾ ਸੀ ਤੇ ਦਾਦੀ ਆਂਦੀ ਆ ਉਦੋਂ ਹੈਗੀ ਸੀ ਤੇ ਹੁਣ ਕੱਲਾ ਨਹੀਂ ਮੁੰਡਾ ਨਾ ਕੱਲਣਾ ਪਹਿਲਾਂ ਪਤਾ ਲਓ ਵੀ ਕੀ ਬੋਲਦੇ ਆ ਅੱਛਾ ਖਾਲੀ ਨਾ ਕਲਾ ਦੇ ਅੱਛਾ ਤੇ ਉਹ ਚਾਚਾ ਆਇਆ ਤੇ ਖੁਦੋਂ ਉਹ ਸਾਡਾ ਅਗਲੇ ਬੰਨੇ ਹੀ ਆ ਜਿੱਥੇ ਵੱਡਾ ਖੂ ਕੀ ਕਹਿੰਦੇ ਵੱਡਾ ਖੂ ਕਹਿੰਦੇ ਸੀ ਉਹਨੂੰ ਬੁੱਢਾ ਖੂ ਉਹਨੇ ਉਹ ਇੱਥੋਂ ਬਾਪੂ ਨੂੰ ਪੁੱਛ ਕੇ ਤੇ ਫਿਰ ਪਛਾਣ ਚ ਨਹੀਂ ਚਲੇ ਗਏ ਹਾਂ ਤੇ ਬਾਪੂ ਨੇ ਆਖ ਦਿੱਤਾ ਕਿ ਬਾਪੂ ਭਰਾਵਾ ਅੱਜ ਭਾਜੀ ਭਾਈਆ ਜੀ ਅਸਾਂ ਕੀ ਦੇਣਾ ਹਾਂ ਉਦੋਂ ਕੀ ਦੇਣਾ ਹਾਂ ਕਿਹੜੀਆਂ ਮੋਹਰੀਆਂ ਦੇਣੀਆਂ ਹਾਂ ਤੇ ਜੇ ਖਾਲੀ ਆ ਗਿਆ ਨਾ ਪਿੱਛੋਂ ਹਾਂ ਤੇ ਖਾਲੀ ਨਾ ਮੋੜਿਓ ਹਾਂ ਉਹਨੂੰ ਗਲਾ ਦਿਓ ਆਇਓ ਲੈ ਕੇ ਆਇਓ ਅੱਛਾ ਅੱਛਾ ਲੈ ਕੇ ਚਲੋ ਆ ਗਏ ਮੇਰਾ ਵੱਡਾ ਭਰਾ ਹੈ ਉਹਨੂੰ ਕਿਹਨ ਕੰਜਰ ਨੂੰ ਸੱਦਿਆ ਜੱਜ ਉਹਨਾਂ ਦਾ ਪਿਓ ਠੀਕ ਹੈ ਮੈਂ ਤਾਂ ਨਹੀਂ ਅਗਲਵਾਂਡੀ ਜਾਣਾ ਲੈਣ ਕਿਤੇ ਅੱਛਾ ਚਲ ਨਾ ਭਰਾਵਾ ਕਹੇ ਮੇਰੀ ਜੁੱਤੀ ਕੋਈ ਨਾ ਮੇਰਾ ਕੋਈ ਲੀੜਾ ਨਾ ਉਹ ਜਿਹੜੀ ਪਰਾਂਦੀਆਂ ਵਾਲੇ ਸੁਪਨੇ ਸੀ ਉਦਾਂ ਹੀ ਰਹਿ ਗਏ ਫਿਰ ਮਾਂ
ਘਰ ਨਹੀਂ ਸੀ ਉਸੇ ਵੇਲੇ ਲਾਗੀ ਨਿਕਾਲ ਕੇ ਮਾਂ ਨੂੰ ਮੰਗਾਇਆ ਹਾਂ ਅੱਛਾ ਵੀ ਇਸ ਤਰ੍ਹਾਂ ਆ ਜਾ ਘਰ ਨੂੰ ਹੂੰ ਧਾਰ ਹੀ 2 ਸੂਟ ਮਾੜੇ ਮੋਟੇ ਪੜਵਾ ਕੇ ਤੇ ਸਵਾ ਕੇ ਹੂੰ ਹੁਣ ਸਾਡੇ ਨਾਈਆਂ ਦਾ ਮੁੰਡਾ ਛੁੱਟੀ ਆਇਆ ਸੀ ਅੱਛਾ ਉਹਨੂੰ ਆਂਦੀ ਵੀ ਹੁਣ ਕੀ ਕਰਾਂ ਪ੍ਰੀਤਮ ਸਿਆ ਹਾਂ ਅੱਛਾ ਪ੍ਰੀਤਮ ਸੁਣਾ ਗਿਆ ਉਹਦਾ ਪ੍ਰਾਹੁਣਾ ਤੇ ਆ ਗਿਆ ਹਾਂ ਤੇ ਮੇਰੇ ਕੋਲ ਤੇ ਹੈ ਕੁਛ ਨਹੀਂ ਹੂੰ ਉਹ ਆਂਦਾ ਹੈ ਚਾਚੀ ਜੀ ਹੈਗਾ ਨਾ ਹੈਗਾ ਹੂੰ ਤੇ ਖਾਲੀ ਨਾ ਮੋੜਿਓ ਹੂੰ ਤੇ ਤੁਸੀਂ ਉਹਦੇ ਵਾਰੀ ਵੂਰੀ ਦੇ ਕੱਪੜੇ ਹੈਗੇ ਕਿ ਨਹੀਂ ਹੂੰ ਉਹ ਪਾ ਕੇ ਭੇਜ ਦੋ ਹੁਣ ਕਰ ਦੋ ਕੰਮ ਤੇ ਬਾਪੂ ਪਿੰਡ ਉੱਥੇ ਬਾਹਰ ਛੱਡਣ ਗਿਆ ਅੱਛਾ ਅੱਛਾ ਨਾਲ ਉੱਥੇ ਅੱਛਾ ਉਧਰਲੇ ਸਗੀਰੇ ਗਏ ਫਿਰ ਆਹ ਉਹ ਦਿਲ ਸੀ ਚੱਕ 46 ਵੀ ਉੱਥੋਂ ਚੱਕ 46 ਸਗੀਰਾ ਜਨਮੇ ਉੱਥੋਂ ਆਈ ਸੀ ਹੂੰ ਜੰਜ ਰਹੀ ਇੱਕ ਦਿਨ ਇੱਕ ਹੋਰ ਰਾਤ ਰਹੀ ਇੱਕੋ ਰਾਤ ਰਹਿੰਦੀ ਸੀ ਰਾਸ਼ਨ ਤੇ ਨਾ ਵਾਧੂ ਬਣਾਇਆ ਸੀ ਹੂੰ ਪਰ ਉਹ ਸਾਡੇ ਚਾਚਾ ਪੈਰ ਫੁੱਟਦਾ ਸੀ ਅੱਛਾ ਹੂੰ ਚਾਚਾ ਅੱਗੇ ਲੱਗਦਾ ਹੂੰ ਫਿਰ ਉੱਥੇ ਹੁਣ ਐਡੀ ਦੂਰੋਂ ਮੁੜ ਕੇ ਤੇ ਇਹਨਾਂ ਮੈਨੂੰ ਲੈਣ ਨਹੀਂ ਜਾਣਾ ਹਾਂ ਉੱਥੇ ਮੇਰੇ 2 ਚਾਚੇ ਸੀ ਅੱਛਾ ਇੱਕ ਸੰਤੋਖ ਹੋਣਾ ਦਾ ਪਿਓ ਅੱਛਾ ਇੱਕ ਛੋਟਾ ਹੈ ਜਿਹਦੀ ਸਲਾਹ ਚੱਲਦੀ ਅੱਛਾ ਉਹਨਾਂ ਨੂੰ ਫਿਰ ਦੱਸਿਆ ਕਿ ਤੁਸੀਂ ਲੈ ਆਇਓ ਹੂੰ ਉਹ ਅਗਲੇ ਦਿਨ ਜਾ ਕੇ ਮੇਰੇ ਚਾਚੇ ਦਾ ਪੁੱਤ ਸੰਤੋਖ ਦਾ ਪਿਓ ਰਾਈਟ ਉਹ ਜਾ ਕੇ ਘੋੜੀ ਤੇ ਚੜਾ ਕੇ ਮੈਨੂੰ ਲੈ ਗਿਆ ਅੱਛਾ ਘੋੜੀ ਦੇ ਘੋੜੀਆਂ ਸੀ ਉਦੋਂ ਹਾਂ ਉਹ ਇੱਥੇ ਟੱਬਰ 'ਚ ਆ ਗਈ ਚਾਚਿਆਂ ਤਾਇਆਂ 'ਚ ਹੂੰ ਇੱਥੋਂ 2-3 ਦਿਨ ਰਹੀ ਤੇ ਫਿਰ ਇੱਥੋਂ ਬਾਹਰ ਆ ਗਈ ਇੰਨੀ ਜਿਗਦੀ ਹੂੰ ਉਦੋਂ ਪਿਤਾ ਜੀ ਫੌਜ 'ਚ ਨੌਕਰੀ ਕਰਦੇ ਸੀ ਕਿ ਬਾਅਦ 'ਚ ਲੱਗੇ ਕਰਦੇ ਸੀਗੇ ਸਾਰੇ ਕਹਿੰਦੇ ਹੋਣੇ ਫੌਜੀ ਨਾਲ ਵਿਆਹ ਹੋਇਆ ਜਦੋਂ ਸਗਨ ਸੁਗਨ ਨੇ ਨਾ ਪਾਇਆ ਪਹਿਲਾਂ ਹੀ ਖੜ ਕੇ ਰੱਖ ਛੱਡਦੀਆਂ ਸੀ ਜਨਾਨੀਆਂ 8-8 ਸਾਲ ਅੱਛਾ ਪਹਿਲਾਂ ਇੰਨੀ ਸੰਭਾਲ ਜੀ ਕਰਕੇ ਰੱਖੀ ਛੱਡਣਾ ਹਾਂ ਹੂੰ ਜਦੋਂ ਹੋਇਆ ਉਦੋਂ ਹੌਲਦਾਰ ਬਣੇ ਅੱਛਾ ਉਦੋਂ ਬਣੇ ਸੀ ਹੌਲਦਾਰ ਇਹ ਕਹਿੰਦੇ ਉਹਨੇ ਕਰਮ ਵਾਲਾ ਵਿਆਹ ਹੋਇਆ ਕਹਿੰਦੇ ਉਹਨੇ ਉਹ ਨਾ ਬੜੀ ਕੇ ਬੜਾ ਇੱਜ਼ਤ ਕੀਤੀ ਕਹਿੰਦੇ ਸਾਡੇ ਤੇ ਕੁੜੀ ਕਰਮਾਂ ਵਾਲੀ ਹੈ ਬਿਲਕੁਲ ਬਿਲਕੁਲ ਹਵਲਦਾਰ ਬਣ ਗਿਆ ਹੂੰ ਸਹੀ ਬੜਾ ਸੋਹਣਾ ਟਾਈਮ ਪਾਸ ਹੋਇਆ ਗੱਲਾਂ ਭੁੱਲਦੀਆਂ ਨਹੀਂ ਜਿਹੜੀਆਂ ਵਾਪਰੀਆਂ ਹੁਣ ਫਿਰ ਉਹ ਤੋਂ ਕਿੰਨੇ ਕੁ ਸਾਲ ਬਾਅਦ ਪਾਕਿਸਤਾਨ ਬਣ ਗਿਆ ਥੋੜੇ ਸਾਲ 5-6 ਸਾਲਾਂ ਬਾਅਦ ਪਾਕਿਸਤਾਨ ਬਣ ਗਿਆ ਉਹਨਾਂ ਨਾਲ 5 ਸਾਲ ਜ਼ਿਆਦਾ ਜ਼ਿਆਦਾ ਸਾਲ ਜ਼ਿਆਦਾ ਵੀ 4 ਸਾਲ ਦਾ ਤਾਂ ਸ਼ਾਇਦ ਆਹੋ 4 ਸਾਲ ਦੇ ਰੈਡੀ 2 ਸਾਲ ਦਾ ਚੇਰ ਨਿੰਦਰ ਮੇਰਾ ਸੰਤੋਖ ਦਾ ਪਿਓ ਚਲੇ ਗਿਆ ਹਾਂ ਘੋੜੀ ਦੇ ਉਹ ਰੌਲਾ ਵੇਖ ਕੇ ਨਾ ਵਿਹੜੇ 'ਚ ਕਾਂਠਾਂ ਤੇ ਉਹ ਬੂਹੇ ਨਾਲ ਘੋੜੀ ਬੰਨ੍ਹ ਦਿੱਤੀ ਅੱਛਾ ਬੰਦ ਟੱਪ ਲਿਆ ਤੇ ਮਾਸੀ ਕਹਿੰਦੀ ਆ ਵੇ ਮਨਾ ਮੈਂ ਆਏ ਕੰਜਰਾ ਦੇ ਦਈਏ ਆ ਗਈ ਇਹਨੂੰ ਮਾਰਦੇ ਨੇ ਉਹਨਾਂ ਮਾਸੀ ਪੈਰਾ ਹੋ ਜਾ ਹੁਣ ਤੂੰ ਹਾਂ ਮੈਂ ਫਿਰ ਅੰਦਰ ਵੜ ਕੇ ਉਹਨੂੰ ਖੂਬ ਗੋਡਾ ਵਾਇਆ ਅੱਛਾ ਮੇਰੇ ਚਾਚੇ ਦੇ ਪੁੱਤ ਨੇ ਹਾਂ ਕਹਿੰਦਾ ਆ ਭਾਈਆ ਹੋਣੇ ਆ ਹਾਂ ਮੇਰੇ ਹੁੰਦਿਆਂ ਹੋਣੇ ਆ ਤੇ ਮੈਂ ਆਪਣੀ ਭੈਣ ਨੂੰ ਲੱਦ ਕੇ ਲੈ ਜਾ ਹਾਂ ਆ ਜੀ ਫੋਨ ਕਰਦਾ ਇਸ ਤਰ੍ਹਾਂ ਹੁਣ ਨਹੀਂ ਆ ਜਾ ਮਤਲਬ ਚਾਚੇ ਦੇ ਪੁੱਤ ਨੇ ਗਾਂ ਜਾ ਕੇ ਇਦਾਂ ਹੈਲਪ ਕੀਤੀ ਹਾਂ ਤੇ ਜਦੋਂ ਉਹ ਸਾਰਾ ਸਾਹ ਲੈਂਦੇ ਸੀ